ਸਤਨਾਮ। ਵਾਹਿਗੁਰੂ ਸਾਹਿਬ ਜੀਓ। ਕਰੇ ਸੋ ਚੰਗਾ ਮਨ, ਦੁਈ ਗਣਤ ਲਾਹੇ। ਆਪਣੀ ਹੀ ਨਦਰ ਨਿਹਾਲ, ਆਪੇ ਲਹੋ ਲਾਈ। ਜਨ ਦੇਹੋ ਮਤੀ ਉਪਦੇਸ਼, ਵਿੱਚੋਂ ਭਰਮ ਜਾਈ। ਜੋ ਤੁਰ ਲਿਖਿਆ ਲੇਖ, ਸੋਈ ਸਭ ਕਮਾਈ। ਸਭ ਕਿਛ ਤਿਸ ਦਹਿ ਵਸ, ਦੂਜੀ ਨਾਹੀਂ ਜਾਈ। ਨਾਨਕ ਸੁਖ ਆਨੰਦ ਪਹੀ, ਪ੍ਰਭ ਕੀ ਮਨ ਰਜਾਈ। ਨਾਨਕ ਸੁਖ ਆਨੰਦ ਪਹੀ, ਪ੍ਰਭ ਕੀ ਮਨ ਰਜਾਈ। ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲੇ 6 ਸ਼ਲੋਕਾਂ ਦੀ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਆਓ ਪਿਆਰ ਵਾਲਿਓ, ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਾਤਸ਼ਾਹ ਜੀ ਅੱਜ ਇਸ ਸ਼ਲੋਕ ਦੇ ਅੰਦਰ ਕੀ ਸਮਝਾਉਣ ਦਾ ਯਤਨ ਕਰਦੇ ਨੇ। ਪਾਤਸ਼ਾਹ ਜੀ ਕਿਰਪਾ ਕਰਦੇ ਕਿ ਹੇ ਭਾਈ, ਤੂੰ ਉਸ ਪਰਮਾਤਮਾ ਦੇ ਭਾਣੇ ਦੇ ਅੰਦਰ ਚੱਲਣਾ ਸ਼ੁਰੂ ਕਰ। ਉਸ ਪਰਮਾਤਮਾ ਦੀ ਰਜ਼ਾ ਦੇ ਅੰਦਰ ਜੋ ਵੀ ਉਹ ਪਰਮਾਤਮਾ ਕਰ ਰਿਹਾ, ਸਭ ਕੁਝ ਤੇਰੇ ਭਲੇ ਲਈ ਕਰਦਾ ਹੈ। ਜੋ ਕੁਝ ਵੀ ਕਰਦਾ ਹੈ ਉਹਨੂੰ ਚੰਗਾ ਕਰਕੇ ਜਾਣ, ਚੰਗਾ ਮੰਨ। ਤੇ ਆਪਣੇ ਅੰਦਰੋਂ ਜੋ ਚਿੰਤਾ ਫਿਕਰ ਝੋਰੇ ਲਈ ਬੈਠਾ, ਇਹਨਾਂ ਸਾਰੇ ਚਿੰਤਾ ਝੋਰੇ ਫਿਕਰਾਂ ਨੂੰ ਦੂਰ ਕਰ ਦੇ। ਪਾਤਸ਼ਾਹ ਜੀ ਕਿਰਪਾ ਕਰਦੇ, ਕਰੇ ਸੋ ਚੰਗਾ ਮਾਨ, ਦੁਈ ਗਣਤ ਲਾਹੇ। ਕਿ ਪਰਮਾਤਮਾ ਜਿਹੜਾ ਵੀ ਕੰਮ ਕਰ ਰਿਹਾ ਨਾ, ਜੋ ਕੁਝ ਵੀ ਕਰ ਰਿਹਾ ਹੈ, ਉਸ ਕੰਮ ਨੂੰ ਤੂੰ ਚੰਗਾ ਸਮਝ, ਚੰਗਾ ਕਰਕੇ ਜਾਣ। ਤੇ ਆਪਣੇ ਅੰਦਰੋਂ ਜਿਹੜੇ ਵਾਧੂ ਦੇ ਫਿਕਰ ਲਈ ਬੈਠਾ ਹੈ, ਤੂੰ ਆਪਣੇ ਅੰਦਰ ਡਿਪਰੈਸ਼ਨ ਪਾਈ ਬੈਠਾ, ਚਿੰਤਾ ਨੇ ਤੇਰੇ ਅੰਦਰ ਝੋਰੇ ਨੇ, ਤੂੰ ਉਹਨਾਂ ਨੂੰ ਖਤਮ ਕਰ ਦੇ। ਤੈਨੂੰ ਚਿੰਤਾ ਕਿਸ ਗੱਲ ਦੀ, ਝੋਰਾ ਕਿਸ ਗੱਲ ਦਾ? ਜਿਸ ਪਰਮਾਤਮਾ ਨੇ ਤੈਨੂੰ ਸੰਸਾਰ ਦੇ ਅੰਦਰ ਭੇਜਿਆ, ਉਸ ਪਰਮਾਤਮਾ ਨੇ ਤੇਰੇ ਰਿਜ਼ਕ ਦਾ ਵੀ ਪ੍ਰਬੰਧ ਕੀਤਾ ਹੋਵੇਗਾ। ਕਿਉਂਕਿ ਉਹ ਪਰਮਾਤਮਾ ਆਪ ਪ੍ਰਤਪਾਲਕ ਹੈ, ਉਹ ਪਾਲਣਾ ਕਰਨ ਵਾਲਾ ਹੈ। ਹਰੇਕ ਪਲ ਦੇ ਨਾਲ, ਹਰੇਕ ਸਵਾਸ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਉਹ ਪਾਲਣਾ ਕਰ ਰਿਹਾ ਹੈ। ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਕੇ ਵੇਖ ਲਓ। ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇੱਕ ਜਗ੍ਹਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ, ਤਿਨਾ ਪੇ ਰੋਜੀ ਦੇ। ਕਿ ਭਾਈ, ਤੈਨੂੰ ਕਿਸ ਗੱਲ ਦੀ ਚਿੰਤਾ? ਤੂੰ ਚਿੰਤਾ ਦੇ ਵਿੱਚ ਕਿਉਂ ਕਰਦਾ ਹੈ? ਕਿਉਂ ਗਲਤਾਨ ਹੋਇਆ ਪਿਆ? ਫਿਕਰਾਂ ਦੇ ਵਿੱਚ ਕਿਉਂ ਫਸਿਆ ਪਿਆ? ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਹਨੇ ਤੇਰੇ ਰਿਜ਼ਕ ਦਾ ਵੀ ਪ੍ਰਬੰਧ ਕੀਤਾ ਹੋਵੇਗਾ। ਪਾਣੀ ਦੇ ਵਿੱਚ ਜਿਹੜੇ ਜੀਵ ਰਹਿ ਰਹੇ ਨੇ, ਪਾਣੀ ਦੇ ਵਿੱਚ ਵੀ ਉਹ ਉਹਨਾਂ ਨੂੰ ਰਿਜ਼ਕ ਦੇ ਕੇ ਉਹਨਾਂ ਨੂੰ ਜਵਾਰ ਰਿਹਾ, ਉਹਨਾਂ ਨੂੰ ਉੱਥੇ ਵੀ ਰੋਜੀ ਦੇ ਰਿਹਾ। ਫਿਰ ਉਹ ਤੇਰੇ ਤੇ ਕਿਰਪਾ ਕਿਉਂ ਨਾ ਕਰੇਗਾ? ਉਹ ਜੋ ਕੁਝ ਵੀ ਕਰ ਰਿਹਾ ਨਾ, ਉਸ ਦੇ ਭਾਣੇ ਨੂੰ ਮੰਨ ਲੈ। ਆਪਣੇ ਅੰਦਰੋਂ ਤੂੰ ਆਪਣੇ ਅੰਦਰੋਂ ਇਹ ਦੂਜੀਆਂ ਜਿਹੜੀਆਂ ਚਿੰਤਾ ਚੁੱਕੀ ਫਿਰਨਾ, ਫਿਕਰ ਚੁੱਕੀ ਫਿਰਨਾ, ਇਹਨਾਂ ਫਿਕਰਾਂ ਨੂੰ ਦੂਰ ਕਰ ਤੇ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲਣਾ ਸ਼ੁਰੂ ਕਰ।
ਤੇ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਜਦੋਂ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਰੇਂਗਾ ਨਾ, ਤੇ ਉਸ ਪ੍ਰਮਾਤਮਾ ਦੇ ਅੱਗੇ ਇੱਕ ਹੀ ਅਰਦਾਸ ਕਰੇਂਗਾ ਕਿ ਪਾਤਸ਼ਾਹ ਜੀਓ ਮੇਰੇ ਤੇ ਕਿਰਪਾ ਕਰੋ, ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ, ਤੇ ਮੇਰੇ ਤੇ ਮਿਹਰ ਭਰਿਆ ਜਿਹੜਾ ਹੱਥ ਰੱਖ ਲਵੋ। ਆਪਣੀ ਮਿਹਰ ਦੀ ਨਿਗਾਹ ਦੇ ਨਾਲ ਮੈਨੂੰ ਤੱਕ, ਆਪਣੀ ਨਦਰ ਨਿਹਾਲ ਆਪੇ ਲਹਿ ਲਾਏ। हे ਪ੍ਰਭੂ, ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਮੈਨੂੰ ਤੱਕ, ਮੈਨੂੰ ਤੂੰ ਆਪਣੇ ਨਾਲ ਜੋੜ ਲੈ, ਆਪਣੇ ਨਾਲ ਮਿਲਾ ਲੈ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਮੈਂ ਤੇ ਅਨੇਕਾਂ ਯਤਨ ਕਰ ਰਿਹਾ, ਪਰ ਉਹ ਕੀਤੇ ਹੋਏ ਜਿਹੜੇ ਯਤਨ, ਉਹਦਾ ਕੋਈ ਕੰਮ ਨਹੀਂ, ਕੋਈ ਲਾਭ ਨਹੀਂ, ਕਿਉਂਕਿ ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ। ਮੇਰੇ ਅੰਦਰ ਤੇ ਇੱਕ ਵੀ ਗੁਣ ਨਹੀਂ ਹੈ। ਇਸੇ ਲਈ ਸਾਨੂੰ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਆਪਣੇ ਨਾਲ ਜੋੜ ਲੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੇ ਹੀ। ਕਿ हे ਪ੍ਰਮਾਤਮਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਗੁਣਾਂ ਨੂੰ, ਮੇਰੇ ਔਗੁਣਾਂ ਨੂੰ ਨਾ ਵਿਚਾਰ, ਇਹਦੀ ਵਿਚਾਰਨਾ ਕਰੋ। ਮੈਂ ਤੇ ਭਰਿਆ ਹੀ ਔਗੁਣਾਂ ਦੇ ਨਾਲ ਪਿਆ। ਜਿਸ ਦਿਨ ਤੇਰੀ ਮਿਹਰ ਭਰੀ ਨਿਗਾਹ ਦੇ ਨਾਲ ਤੂੰ ਇੱਕ ਵਾਰੀ ਮੈਨੂੰ ਤੱਕ ਲਿਆ ਨਾ, ਉਸ ਦਿਨ ਇਹ ਜਿੰਨੇ ਵੀ ਜਿਹੜੇ ਔਗੁਣ ਨੇ ਇਹ ਸਾਰੇ ਖਤਮ ਹੋ ਜਾਣਗੇ। ਤੇ ਤੂੰ ਮੇਰੇ ਤੇ ਰਹਿਮਤ ਕਰ, ਮੈਨੂੰ ਤੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਤੇ ਚਰਨਾਂ ਦੇ ਵਿੱਚ ਜੋੜ ਕੇ ਤੇਰੇ ਅੱਗੇ ਇਹੀ ਅਰਦਾਸ ਹੈ, ਮੈਨੂੰ ਇਹੋ ਜਿਹੀ ਮੱਤ ਦੇ ਜਿਹਦੇ ਨਾਲ ਇਹ ਮੇਰੇ ਮਨ ਦੇ ਅੰਦਰ ਜਿਹੜੇ ਭਰਮ ਬਣੇ ਹੋਏ ਨੇ, ਭੁਲੇਖੇ ਬਣੇ ਹੋਏ ਨੇ, ਇਹਨਾਂ ਵਹਿਮ ਪਾਲ ਕੇ ਬੈਠਾ ਹੋਇਆ, ਇਹ ਸਾਰੇ ਜਿਹੜੇ ਵਹਿਮ ਦੂਰ ਹੋ ਜਾਣ। ਜਨ ਦੇਹੋ ਮਤੀ ਉਪਦੇਸ਼, ਵਿੱਚੋਂ ਭਰਮ ਜਾਏ। ਮੈਨੂੰ ਆਪਣੇ ਸੇਵਕ ਨੂੰ ਇਹੋ ਜਿਹਾ ਉਪਦੇਸ਼ ਦੇ, ਇਹੋ ਜਿਹੀ ਮੱਤ ਦੇ ਜਿਹਦੇ ਨਾਲ ਇਹਦੇ ਅੰਦਰੋਂ ਇਹ ਜਿਹੜੇ ਭਰਮ ਨੇ, ਇਹ ਭੁਲੇਖੇ ਨੇ, ਇਹ ਸਾਰੇ ਦੂਰ ਹੋ ਜਾਣ। ਤੇ ਇਹਨਾਂ ਭੁਲੇਖਿਆਂ ਨੂੰ ਦੂਰ ਕਰਕੇ ਉਹ ਕੇਵਲ ਤੇਰੇ ਹੀ ਚਰਨਾਂ ਦੇ ਵਿੱਚ ਜੁੜਿਆ ਰਹੇ। ਕਿਤੇ ਇਹ ਨਾ ਹੋਵੇ ਉਹ ਇਹਨਾਂ ਭਰਮਾਂ ਦੇ ਅੰਦਰ ਇੰਨਾ ਗਲਤਾਨ ਹੋ ਜਾਵੇ ਕਿ ਉਹ ਪਰਮਾਤਮਾ ਨੂੰ ਭੁਲਾ ਦੇਵੇ। ਬਾਣੀ ਦੇ ਅੰਦਰੋਂ ਪੜ੍ਹਦੇ ਆ ਨਾ, ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਮੈਨੂੰ ਵੀ ਇੱਕ ਇਹੋ ਜਿਹੀ ਸਮਝ ਦੇ, ਮੈਨੂੰ ਵੀ ਇਹੋ ਜਿਹੀ ਇੱਕ ਮੱਤ ਦੇ ਜਿਹਦੇ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦੇਵਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਤੇ ਇਹ ਨਾ ਹੋਵੇ ਕਿ ਇਹ ਸੰਸਾਰ ਨੂੰ ਜਿਹੜਾ ਦਾਤਾਂ ਦੇਣ ਵਾਲਾ ਦਾਤਾਰ ਪਰਮਾਤਮਾ ਹੈ, ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਜਿਹੜਾ ਪ੍ਰਤਪਾਲਕ ਪਰਮਾਤਮਾ ਹੈ, ਸਰਬ ਸ਼ਕਤੀਮਾਨ ਹੈ, ਕਿਤੇ ਮੈਂ ਉਹਨੂੰ ਹੀ ਭੁਲਾ ਦੇਵਾਂ, ਉਹਨੂੰ ਹੀ ਵਿਸਾਰ ਦੇਵਾਂ। ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ ਇਹ ਗੱਲ ਆਖਦੇ ਨੇ, ਕਹਿੰਦੇ ਜਿਹੜੇ ਇੱਕ ਵਾਰੀ ਗੁਰੂ ਦੀ ਸ਼ਰਣੀ ਪੈ ਗਏ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਯਾਦ ਕਰ ਦਿੱਤਾ, ਉਹਨਾਂ ਦੀ ਜ਼ਿੰਦਗੀ ਦੇ ਅੰਦਰੋਂ ਇਹ ਜਿੰਨੇ ਵੀ ਭਰਮ ਭੁਲੇਖੇ ਖਤਮ ਹੋ ਜਾਂਦੇ ਨੇ। ਇੱਕ ਵੀ ਭੁਲੇਖਾ ਨਹੀਂ ਰਹਿੰਦਾ, ਭਰਮ ਨਹੀਂ ਰਹਿੰਦਾ। ਕਹਿ ਕਬੀਰ ਸੋ ਭਰਮੈ ਨਾਹੀਂ, ਪੱਗ ਲੱਗ ਰਾਮ ਰਹਿ ਸ਼ਰਨਾਈ। ਜਿਹੜੇ ਤੇਰੀ ਸ਼ਰਨ ਦੇ ਵਿੱਚ ਲੱਗੇ ਰਹਿੰਦੇ ਨੇ, ਤੇਰੀ ਸ਼ਰਨ ਦੇ ਵਿੱਚ ਜੁੜੇ ਰਹਿੰਦੇ ਨੇ, ਤੇ ਉਹਨਾਂ ਦੇ ਅੰਦਰ ਭੁਲੇਖਾ ਹੀ ਨਹੀਂ ਰਹਿੰਦਾ, ਭਰਮ ਹੀ ਨਹੀਂ ਰਹਿੰਦਾ। ਉਹ ਸਾਰੇ ਜਿਹੜੇ ਭਰਮ ਨੇ ਇਹ ਦੂਰ ਹੋ ਜਾਂਦੇ ਨੇ। ਉਹਨਾਂ ਦੇ ਅੰਦਰੋਂ ਜਿਹੜੀ ਇਹ ਭਟਕਣਾ ਦੂਰ ਹੋ ਜਾਂਦੀ ਹੈ। ਪਰ ਸਾਧ ਸੰਗਤ ਜੀ, ਇਹ ਭਟਕਣਾ ਉਹਨਾਂ ਦੇ ਅੰਦਰੋਂ ਦੂਰ ਹੁੰਦੀ ਹੈ ਜਿਹੜੇ ਆਪਣੇ ਕੀਤੇ ਕਰਮਾਂ ਦੇ ਕਰਕੇ ਗੁਰੂ ਦੇ ਨਾਲ, ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ। ਜੇਕਰ ਕੋਈ ਟੁੱਟਿਆ ਹੋਇਆ, ਉਹ ਵੀ ਆਪਣੇ ਕਰਮਾਂ ਦੇ ਨਾਲ ਟੁੱਟਿਆ ਹੋਇਆ, ਕੀਤੇ ਕਰਮਾਂ ਦੇ ਕਰਕੇ। ਜੇ ਜੁੜਿਆ ਹੋਇਆ, ਉਹ ਆਪਣੇ ਕੀਤੇ ਕਰਮਾਂ ਦੇ ਕਰਕੇ ਜੁੜਿਆ ਹੋਇਆ। ਕੋਈ ਦੁੱਖ ਭੋਗ ਰਿਹਾ, ਉਹ ਆਪਣੇ ਕਰਮਾਂ ਦੇ ਕਰਕੇ ਭੋਗ ਰਿਹਾ, ਕੀਤੇ ਕੰਮਾਂ ਦੇ ਕਰਕੇ। ਕੋਈ ਸੁਖੀ ਹੈ, ਉਹ ਆਪਣੇ ਕੀਤੇ ਕੰਮਾਂ ਦੇ ਕਰਕੇ ਸੁਖੀ ਹੈ। ਕਿਉਂ? ਜੋ ਤੁਰ ਲਿਖਿਆ ਲੇਖ, ਸੋਈ ਸਭ ਕਮਾਏ। ਕਿ ਜੀਵਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਜਿਹੋ ਜਿਹੇ ਉਹਨਾਂ ਕੰਮ ਕੀਤੇ ਹੁੰਦੇ ਨੇ, ਜਿਹੋ ਜਿਹੇ ਉਹਨਾਂ ਲੇਖ ਲਿਖਾਏ ਹੁੰਦੇ ਨੇ, ਕਿਤੇ ਉਹਦੇ ਲੇਖ ਦੇ ਅਨੁਸਾਰ ਹੀ ਹਰੇਕ ਜਿਹੜਾ ਜੀਵ ਹੈ ਉਹ ਕਾਰਜ ਕਰ ਰਿਹਾ ਹੈ।
ਤੇ ਉਹ ਗੁਰੂ ਦੇ ਨਾਲੋਂ ਵਿਛੜਿਆ ਹੋਇਆ ਹੈ, ਉਹ ਆਪਣੇ ਕੀਤੇ ਕਰਮਾਂ ਦੇ ਕਰਕੇ। ਪਰ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਹੁਣ ਤੋਂ ਤੂੰ ਇਹੋ ਜਿਹੇ ਕਰਮ ਕਰਨੇ ਸ਼ੁਰੂ ਕਰ ਦੇ ਜਿਹਦੇ ਨਾਲ ਤੂੰ ਗੁਰੂ ਦੇ ਚਰਨਾਂ ਵਿੱਚ ਜੁੜ ਜਾਵੇਂ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਵੇਂ। ਕਿਉਂਕਿ ਇਸ ਸੰਸਾਰ ਦੇ ਅੰਦਰ ਉਹਦੇ ਤੋਂ ਬਿਨਾਂ, ਉਸ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਆਸਰਾ ਹੀ ਨਹੀਂ ਹੈ, ਜਿਹਦਾ ਆਸਰਾ ਤੱਕ ਕੇ ਮਨੁੱਖ ਸੁਖੀ ਰਹਿ ਸਕੇ, ਮਨੁੱਖ ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾ ਸਕੇ। ਕਿਉਂਕਿ ਇਹ ਜਿੰਨਾ ਵੀ ਸੰਸਾਰ ਹੈ ਸਾਰਾ ਉਹਦੇ ਹੁਕਮ ਦੇ ਅੰਦਰ ਚੱਲ ਰਿਹਾ। ਸਭ ਕੁਝ ਤਿਸਦਾ ਵਸ ਦੂਜੀ ਨਾਹੀਂ ਜਾਏ, ਕਹਿੰਦੇ ਕਿਉਂਕਿ ਹਰੇਕ ਜੋ ਕਾਰ ਵੀ ਹੋ ਰਹੀ ਹੈ, ਜੋ ਕੁਝ ਹੋ ਰਿਹਾ ਹੈ, ਇਹ ਸਭ ਕੁਝ ਪਰਮਾਤਮਾ ਜੀ ਉਹ ਤੁਹਾਡੇ ਵਸ ਦੇ ਵਿੱਚ ਹੋ ਰਿਹਾ। ਇਹ ਸਾਰਾ ਸੰਸਾਰ ਤੁਹਾਡੇ ਵਸ ਦੇ ਵਿੱਚ ਚੱਲਦਾ ਹੈ। ਉਸ ਤੋਂ ਬਿਨਾਂ ਹੁਣ ਜੀਵਾਂ ਦਾ ਕੋਈ ਆਸਰਾ ਹੀ ਨਹੀਂ ਹੈ, ਕੋਈ ਥਾਂ ਨਹੀਂ ਹੈ ਕਿ ਜਿਹਦਾ ਆਸਰਾ ਤੱਕ ਕੇ ਉਹ ਤੁਹਾਡੇ ਨਾਲ ਜੁੜ ਸਕਣ। ਕੋਈ ਵੀ ਇਹੋ ਜਿਹਾ ਜੀਵ ਨਹੀਂ ਜਿਹੜਾ ਤੁਹਾਡੇ ਹੁਕਮ ਤੋਂ ਬਾਹਰ ਚੱਲਦਾ ਹੋਵੇ, ਤੁਹਾਡੇ ਭਾਣੇ ਤੋਂ ਬਾਹਰ ਚੱਲਦਾ ਹੋਵੇ। ਆਪਾਂ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹ ਜਿੰਨੇ ਵੀ ਚੱਲ ਰਹੇ, ਜੋ ਕੁਝ ਵੀ ਸੰਸਾਰ ਦੇ ਅੰਦਰ ਹੋ ਰਿਹਾ ਹੈ, ਇਹ ਸਭ ਕੁਝ ਤੇਰੇ ਹੁਕਮ ਦੇ ਅੰਦਰ ਹੋ ਰਿਹਾ ਹੈ। ਤੇਰੇ ਹੁਕਮ ਤੋਂ ਬਿਨਾਂ ਇਸ ਦੁਨੀਆ ਦੇ ਅੰਦਰ ਪੱਤਾ ਵੀ ਨਹੀਂ ਹਿਲ ਸਕਦਾ। ਜੋ ਕੁਝ ਹੋ ਰਿਹਾ ਹੈ, ਇਹ ਸਭ ਕੁਝ ਪਰਮਾਤਮਾ ਜੀ ਤੁਹਾਡੇ ਹੁਕਮ ਦੇ ਅੰਦਰ ਹੋ ਰਿਹਾ ਹੈ। ਇਸੇ ਕਰਕੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ, ਇਹ ਅਰਦਾਸ ਕਰਦਾ ਹਾਂ, ਮੈਨੂੰ ਵੀ ਇਹੋ ਜਿਹੀ ਇੱਕ ਮੱਤ ਦੇ ਦੇਵੋ, ਮੇਰੇ 'ਤੇ ਵੀ ਕਿਰਪਾ ਕਰ ਦੇਵੋ। ਮੈਨੂੰ ਵੀ ਤੁਹਾਡਾ ਜਿਹੜਾ ਹੁਕਮ ਹੈ, ਉਹ ਭਾਣਾ ਹੈ, ਉਹਨੂੰ ਮੈਂ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦੇਵਾਂ, ਮਿੱਠਾ ਲੱਗਣ ਲੱਗ ਪਵੇ। ਤੇ ਜਿਹੜੇ ਤੇਰੇ ਹੁਕਮ ਦੇ ਅੰਦਰ ਚੱਲਦੇ ਨੇ, ਜੋ ਪਰਮਾਤਮਾ ਜੀ ਤੇਰੇ ਹੁਕਮ ਦੇ ਅੰਦਰ ਚੱਲਦੇ ਨੇ, ਉਹ ਸਦਾ ਖੁਸ਼ ਰਹਿੰਦੇ ਨੇ। ਨਾਨਕ ਸੁਖ ਆਨੰਦ ਪਏ। ਹੇ ਨਾਨਕ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹੀ ਆਨੰਦ ਆਇਆ, ਉਹੀ ਮਨੁੱਖ ਖੁਸ਼ ਹੋਏ ਨੇ। ਪ੍ਰਭ ਕੀ ਮਨ ਰਜਾਏ, ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਨੂੰ ਮੰਨ ਲਿਆ, ਜਿਨ੍ਹਾਂ ਦੇ ਪ੍ਰਭੂ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ, ਸਤ ਬਚਨ ਕਰਕੇ ਮੰਨ ਲਿਆ, ਮਿੱਠਾ ਕਰਕੇ ਮੰਨ ਲਿਆ, ਫਿਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਨੰਦਮਈ ਬਣ ਜਾਂਦੀ ਹੈ। ਉਹ ਸੰਸਾਰ ਦੇ ਅੰਦਰ ਜਿਵੇਂ ਆਉਂਦੇ ਨੇ ਇੱਜ਼ਤ ਦੇ ਨਾਲ, ਤਿਵੇਂ ਸੰਸਾਰ ਦੇ ਅੰਦਰੋਂ ਇੱਜ਼ਤ ਪ੍ਰਾਪਤ ਕਰਕੇ ਜਾਂਦੇ ਨੇ। ਸਾਧ ਸੰਗਤ ਜੀ, ਅੱਜ ਪੰਜਵੇਂ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਇਹੀ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਅਸੀਂ ਵੀ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਚਲੀਏ, ਉਸ ਪਰਮਾਤਮਾ ਦੇ ਹੁਕਮ ਨੂੰ, ਭਾਣੇ ਨੂੰ ਸਤ ਕਰਕੇ ਮੰਨੀਏ, ਮਿੱਠਾ ਕਰਕੇ ਮੰਨੀਏ। ਜਿਹੜਾ ਵੀ ਉਹਦੇ ਹੁਕਮ ਦੇ ਅੰਦਰ ਚੱਲਦਾ, ਜਿਹੜਾ ਵੀ ਉਹਦੇ ਭਾਣੇ ਦੇ ਅੰਦਰ ਚੱਲਦਾ, ਉਹ ਸਦਾ ਖੁਸ਼ ਰਹਿੰਦਾ, ਆਨੰਦਮਈ ਹੋ ਜਾਂਦਾ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਨੰਦ ਆ ਜਾਂਦਾ, ਖੇੜਾ ਆ ਜਾਂਦਾ। ਸਤਿਗੁਰ ਕਿਰਪਾ ਕਰਨ, ਸਾਡੇ 'ਤੇ ਵੀ ਰਹਿਮਤ ਹੋ ਜਾਵੇ, ਸਾਡੇ 'ਤੇ ਵੀ ਗੁਰੂ ਕਿਰਪਾ ਕਰ ਦੇਵੇ। ਅਸੀਂ ਵੀ ਉਸ ਪਰਮਾਤਮਾ ਦੇ ਹੁਕਮ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦਈਏ, ਤਾਂ ਹੀ ਹੋ ਸਕਣਗੇ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਿਆਪੇ ਮੇਲੇ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।